Good morning, students. How are you all? I hope you all are doing in great spirits. So, students, we are back with our new chapter, that is chapter number 9 of your English book. And I am your English teacher, Chavi, for the today. So, students, we will do chapter number 9, that is Charge for Love. ਅੱਜ ਅਸੀਂ ਤੁਹਾਡੀ ਬੁੱਕ ਦਾ ਚੈਪਟਰ ਨੰਬਰ 9 ਕਰਾਂਗੇ, ਜਿਸ ਦਾ ਨਾਮ ਹੈ ਚਾਰਜ ਫॉर ਲਵ। ਪਰ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਟਾਈਟਲ ਵੱਲ ਧਿਆਨ ਦੇਣ ਲਈ ਕਹਾਂਗੀ। ਚਾਰਜ ਫॉर ਲਵ। ਚਾਰਜ ਮਤਲਬ ਕੀਮਤ, ਪ੍ਰਾਈਸ, ਲਵ ਪਿਆਰ। ਤਾਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਚੈਪਟਰ ਵਿੱਚ ਕੀ ਹੋਏਗਾ, ਕਿ ਪਿਆਰ ਦੀ ਕੀਮਤ? ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਪਿਆਰ ਦੀ ਕੀਮਤ ਲਗਾ ਸਕਦੇ ਹੋ? ਤੁਹਾਡੇ ਪੇਰੈਂਟਸ ਤੁਹਾਨੂੰ ਇੰਨਾ ਪਿਆਰ ਕਰਦੇ ਆ ਕਿ ਤੁਸੀਂ ਉਹਦੀ ਕੋਈ ਕੀਮਤ ਦੇ ਸਕਦੇ ਹੋ? ਤੁਹਾਡੇ ਸਿਬਲਿੰਗਸ, ਬ੍ਰਦਰ, ਸਿਸਟਰ, ਫੈਮਿਲੀ ਮੈਂਬਰਸ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ, ਤਾਂ ਤੁਸੀਂ ਉਹਦੀ ਕੀਮਤ ਚੁਕਾ ਸਕਦੇ ਹੋ? ਥਿੰਕ ਅਬਾਊਟ ਇਟ। ਤੇ ਅਸੀਂ ਚੈਪਟਰ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਪੜਾਂਗੇ। I hope you will get your answer after that. So, let's begin with the chapter number 9, Charge for Love. ਪਹਿਲਾਂ ਤੁਸੀਂ ਇਸ ਚੈਪਟਰ ਦੇ ਸ਼ਬਦਾਂ ਦੇ ਮੀਨਿੰਗ ਨੋਟ ਕਰੋ। You are going to read the words or phrases in your text. Note down their meanings in your copies. Learning new words and their meanings in the given context. First is signboard. Signboard. It means sanket patti. Sanket patti. ਤੁਸੀਂ ਆ ਪਿਕ ਦੇਖ ਸਕਦੇ ਹੋ। This is a signboard. Puppies for sale. ਪੈਟ ਸ਼ਾਪ ਤੇ ਇਹ ਲੱਗਾ ਹੋਇਆ ਸਾਈਨ ਬੋਰਡ ਹੈ, ਜਿਹਦੇ ਦੱਸਿਆ ਗਿਆ ਹੈ ਕਿ ਉਸ ਸ਼ਾਪ ਤੇ ਕੀ ਵੇਚਿਆ ਜਾ ਰਿਹਾ ਹੈ। Second is advertise. Advertise. It means ਮਸ਼ਹੂਰੀ ਕਰਨਾ। ਤਾਂ ਜਿਹੜੇ ਸਾਈਨ ਬੋਰਡਸ ਆ ਇੱਕ ਤਰ੍ਹਾਂ ਐਡਵਰਟਾਈਜ਼ਮੈਂਟ ਲਈ ਹੀ ਵਰਤੇ ਜਾਂਦੇ ਹਨ। ਇਹ ਐਡਵਰਟਾਈਜ਼ ਕਰਦੇ ਆ ਪ੍ਰੋਡਕਟਸ ਨੂੰ, ਰਾਈਟ? ਸੋ advertise means ਮਸ਼ਹੂਰੀ ਕਰਨਾ। Third is intention. Intention. It means ਇਰਾਦਾ ਜਾਂ ਫਿਰ ਇੱਛਾ ਹੋਣਾ। Fourth is set about. Set about. It is a phrasal verb. एक phrasal verb है ਤੇ ਇਹਦਾ ਮਤਲਬ ਹੈ ਸ਼ੁਰੂ ਕਰਨਾ। शुरू करना। Fifth is sweat. Sweat. Sweat ਦਾ ਮੀਨਿੰਗ ਤਾਂ ਤੁਹਾਨੂੰ ਪਤਾ ਹੋਏਗਾ, ਪਸੀਨਾ। ਤੁਸੀਂ ਆਪਣੇ ਪੇਰੈਂਟਸ ਨੂੰ ਇੰਨਾ ਕੰਮ ਕਰਦੇ ਦੇਖਦੇ ਹੋ ਤਾਂ ਉਹਨਾਂ ਨੂੰ ਕਿੰਨਾ ਪਸੀਨਾ ਆਉਂਦਾ ਹੈ, ਮਿਹਨਤ ਕਰਦੇ ਆ, ਪਸੀਨਾ ਆਉਂਦਾ ਆ। ਸੋ that is sweat. Sixth is handful. Handful. That is ਮੁट्ठी पर। मुट्ठी पर। Seventh is delight. Delight. It means खुशी। Eighth is stirring. Stirring. It means हिल रहा या हिलजुल हो रही। कई बार ਅਸੀਂ ਦੇਖਦੇ ਹਵਾ ਨਾਲ ਸਾਡੇ ਘਰਾਂ 'ਚ ਪਰਦੇ ਮੂਵ ਕਰਨ ਲੱਗ ਜਾਂਦੇ ਆ। That is stirring. Ninth is hobbling. Hobbling. It means ਲੰਗੜਾ ਕੇ ਚੱਲਣਾ। ਲੰਗੜਾ ਕੇ ਚੱਲਣਾ। ਜਿਨ੍ਹਾਂ ਦੀ ਲੈਗ ਵਿੱਚ ਪ੍ਰੋਬਲਮ ਹੁੰਦੀ ਆ ਉਹ ਲੰਗੜਾ ਕੇ ਚੱਲਦੇ ਆ। They hobble. And 10th is veterinarian. Veterinarian. ਤੁਸੀਂ ਪਿਕ ਦੇਖ ਸਕਦੇ ਹੋ veterinarian ਦੀ। So, what's its meaning? ਕੀ ਮਤਲਬ ਹੈ ਇਸ word ਦਾ? Tell me. Come on, you can see the pic.
वेरी गुड, इट मीन्स पशु चिकित्सक, मतलब पशुआं दे डॉक्टर ਜਿਹੜੇ ਪਸ਼ੂਆਂ ਦਾ ਇਲਾਜ ਕਰਦੇ ਆ ਉਹਨਾਂ ਨੂੰ ਵੈਟਰੀਨੇਰੀਅਨ ਕਹਿੰਦੇ ਆ, ਰਾਈਟ? ਵੈਰੀ ਗੁੱਡ। ਨੈਕਸਟ ਇਜ਼ ਹਿਪ ਸੌਕੇਟ। ਹਿਪ ਸੌਕੇਟ ਤੁਸੀਂ ਇਹਦੀ ਵੀ ਪਿਕ ਦੇਖ ਸਕਦੇ ਹੋ ਬੱਚੇ। ਹਿਪ ਸੌਕੇਟ ਹੁੰਦਾ ਕਮਰ ਨੂੰ ਲੱਤਾਂ ਨਾਲ ਜੋੜਨ ਵਾਲਾ ਭਾਗ, मतलब ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਪਿਕ ਵਿੱਚ ਇੱਕ ਬਾਲ ਟਾਈਪ ਤੁਹਾਨੂੰ ਰਾਈਟ ਸਾਈਡ ਤੇ ਦਿਖ ਰਿਹਾ ਹੋਏਗਾ, ਲੈਗ ਦੇ ਨਾਲ ਬਾਲ ਸੌਕੇਟ ਟਾਈਪ ਲੱਗਾ ਹੋਇਆ ਆ, that is hip socket, ਜਿਹੜਾ ਕਿ ਸਾਡੀ ਕਮਰ ਨੂੰ ਲੱਤਾਂ ਨਾਲ ਜੋੜਦਾ ਆ, right? Understood? Very good. Next word is brace. Brace, it means ਜਕੜਨ। ਕਈ ਵਾਰ ਸਾਡੀ ਬਾਂਹ ਤੇ ਸੱਟ ਲੱਗ ਜਾਂਦੀ ਹੈ, ਰਾਈਟ? ਡਾਕਟਰ ਪੱਟੀ ਬੰਨ ਦਿੰਦੇ, that is brace। ਤੁਸੀਂ ਦੇਖਿਆ ਹੋਣਾ ਆ ਕਿਸੇ ਦੇ ਫ੍ਰੈਕਚਰ ਹੋਇਆ ਹੁੰਦਾ ਆ ਤਾਂ ਉਹਨਾਂ ਨੇ ਬ੍ਰੇਸ ਪਾਈ ਹੁੰਦੀ ਆ ਗਲੇ ਨਾਲ ਅਟੈਚ ਕਰਕੇ ਟੂ ਸਪੋਰਟ that, right? So that is called brace. Next word is twisted. Twisted, twisted word ਤੁਹਾਨੂੰ ਕਲੀਅਰ ਹੋਏਗਾ, ਮੁੜੀ ਹੋਈ, twist, ਮੁੜੀ ਹੋਈ। 14th word is crippled. Crippled, it means अपंग, ਜਿਹਦੇ body parts ਕਿਸੇ ਵੀ part ਵਿੱਚ ਕੋਈ problem ਹੋਵੇ, that is called crippled. 15th word is worth. Worth, it means कीमत. And the last word is cents. Cents, ਇਹ ਕੀ ਹੁੰਦਾ ਆ? $1 ਦਾ 100ਵਾਂ ਹਿੱਸਾ, ਰਾਈਟ? ਜਿੱਦਾਂ ਤੁਹਾਡੇ ਰੁਪਏ ਵਿੱਚ 100 ਪੈਸੇ ਤੁਸੀਂ ਕਹਿ ਦਿੰਦੇ ਆ, ਰਾਈਟ? ਤਾਂ ਇਹ ਡਾਲਰ ਵਿੱਚ 100ਵਾਂ ਹਿੱਸਾ ਜਿਹਨੂੰ ਸੈਂਟਸ ਕਹਿੰਦੇ ਆ। ਸਾਡੇ ਰੁਪਏ ਹੁੰਦੇ ਇੰਡੀਆ ਵਿੱਚ, ਰਾਈਟ? ਤਾਂ ਉਹਦਾ 100ਵਾਂ ਹਿੱਸਾ ਅਸੀਂ ਪੈਸੇ ਕਹਿੰਦੇ ਆ ਉਹਨਾਂ ਨੂੰ, ਪਰ ਫੋਰਨ ਵਿੱਚ ਬ੍ਰਿਟਿਸ਼ ਡਾਲਰ, ਅਮਰੀਕਨ ਡਾਲਰਸ, ਰਾਈਟ? ਕੈਨੇਡੀਅਨ ਡਾਲਰਸ ਹੁੰਦੇ ਆ, ਤਾਂ ਉੱਥੇ ਡਾਲਰ ਦਾ ਜਿਹੜਾ 100ਵਾਂ ਹਿੱਸਾ ਹੁੰਦਾ ਉਹਨੂੰ ਕੁਆਇਨ ਨੂੰ ਸੈਂਟਸ ਕਹਿੰਦੇ ਆ। ਗॉट ਇਟ? ਕਲੀਅਰ? very good. Now we will read the chapter Charge for Love. Let's begin. A shop owner had some puppies he wanted to sell. ਕਹਿੰਦੇ ਇੱਕ ਦੁਕਾਨਦਾਰ ਹੈ ਸੀ ਜਿਹੜਾ ਕਿ ਪਪੀਜ਼ ਵੇਚਣਾ ਚਾਹੁੰਦਾ ਸੀ, ਕਤੂਰੇ ਵੇਚਣਾ ਚਾਹੁੰਦਾ ਸੀ। ਉਸ ਕੋਲ ਕੁਝ ਕਤੂਰੇ ਸੀ, ਉਹ ਉਹਨਾਂ ਨੂੰ ਵੇਚਣਾ ਚਾਹੁੰਦਾ ਸੀ। He painted a signboard to advertise his intention of selling the pups. ਉਸਨੇ ਕਹਿੰਦੇ ਇੱਕ ਸੰਕੇਤ ਪੱਟੀ ਸਾਈਨਬੋਰਡ ਨੂੰ ਪੇਂਟ ਕੀਤਾ, ਰੰਗ ਦਿੱਤਾ, ਕਾਦੇ ਲਈ? ਉਹਦੀ ਜਿਹੜੀ ਇੱਛਾ ਸੀ ਕਿ ਉਹ ਪਪੀਜ਼ ਨੂੰ ਸੇਲ ਕਰਨਾ ਚਾਹੁੰਦਾ, ਕਤੂਰਿਆਂ ਨੂੰ ਵੇਚਣਾ ਚਾਹੁੰਦਾ, ਉਸ ਇੱਛਾ ਨੂੰ ਜ਼ਾਹਿਰ ਕਰਨ ਲਈ ਉਹਨੇ ਇੱਕ ਸੰਕੇਤ ਪੱਟੀ ਨੂੰ ਰੰਗ ਕੀਤਾ। That said, ਤੇ ਉਹ ਪੱਟੀ ਕੀ ਕਹਿ ਰਹੀ ਸੀ? Puppies for sale, ਵਿਕਰੀ ਲਈ ਕਤੂਰੇ। ਉਸ ਪੱਟੀ ਉੱਪਰ ਸਾਈਨ ਬੋਰਡ ਉੱਪਰ ਲਿਖਿਆ ਸੀ Puppies for sale. He set about nailing it on the wall. ਕਹਿੰਦੇ ਉਸ ਸੰਕੇਤ ਪੱਟੀ ਨੂੰ, ਸਾਈਨ ਬੋਰਡ ਨੂੰ ਕੰਧ ਤੇ ਲਗਾਉਣ ਲਈ ਚੱਲ ਪਿਆ, ਕਿੱਲਾ ਨਾਲ ਕੰਧ ਤੇ ਲਗਾਉਣ ਲਈ ਚੱਲ ਪਿਆ। Boards like this always have a way of attracting young children. ਇਸ ਤਰ੍ਹਾਂ ਦੇ ਬੋਰਡ ਕਹਿੰਦੇ ਉਹਨਾਂ ਕੋਲ ਤਰੀਕਾ ਹੀ ਹੁੰਦਾ ਆ ਕਿ ਛੋਟੇ ਬੱਚਿਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ। ਇੱਦਾਂ ਦੇ ਬੋਰਡ ਸਭ ਤੋਂ ਜ਼ਿਆਦਾ ਕਿਹਨੂੰ ਆਕਰਸ਼ਿਤ ਕਰਦੇ ਆ? ਯੰਗ ਚਿਲਡਰਨ, ਛੋਟੇ ਬੱਚਿਆਂ ਨੂੰ। ਤਾਂ ਉੱਥੇ ਵੀ ਇਹੀ ਹੋਇਆ। As he was driving the last nail into the post, ਜਦੋਂ ਕਹਿੰਦੇ ਉਹ ਆਖਰੀ ਕਿਲ, ਨੇਲ ਮਤਲਬ ਕਿਲ, ਆਖਰੀ ਕਿਲ ਨੂੰ ਪੱਟੀ ਉੱਪਰ ਲਗਾ ਰਿਹਾ ਸੀ, ਠੋਕ ਰਿਹਾ ਸੀ। A boy saw the board, ਇੱਕ ਮੁੰਡੇ ਨੇ ਉਸ ਸੰਕੇਤ ਪੱਟੀ ਨੂੰ ਦੇਖਿਆ। And started walking towards the shop, ਤੇ ਉਸ ਬੋਰਡ ਨੂੰ ਦੇਖ ਕੇ ਉਹ ਦੁਕਾਨ ਵੱਲ ਚੱਲ ਪਿਆ।
He approached the owner and asked. ਉਹ ਦੁਕਾਨ ਤੇ ਜਾ ਕੇ ਦੁਕਾਨਦਾਰ ਕੋਲ ਪਹੁੰਚਿਆ ਅਤੇ ਉਸਨੂੰ ਪੁੱਛਣ ਲੱਗਾ, How much are you going to sell the puppies for? ਕੀ ਪੁੱਛਦਾ ਉਹ ਜਾ ਕੇ, ਕਹਿੰਦਾ ਕਿ ਤੁਸੀਂ ਇਹ ਪਪੀਜ਼ ਕਿੰਨੇ ਵਿੱਚ ਵੇਚੋਗੇ। ਮਤਲਬ ਕਿ ਉਹ ਕਤੂਰਿਆਂ ਦੀ ਕੀਮਤ ਪੁੱਛਦਾ ਆ ਜਾ ਕੇ। The shop owner looked down into the eyes of the little boy. ਦੁਕਾਨਦਾਰ ਨੇ ਕਹਿੰਦੇ ਨੀਚੇ ਦੇਖਦੇ ਹੋਏ ਉਸ ਬੱਚੇ ਦੀ ਅੱਖਾਂ ਵਿੱਚ ਦੇਖਿਆ। Well, said the shop owner as he wiped the sweat off the back of his neck. ਤਾਂ ਉਹ ਬੋਲਦਾ ਆ ਸ਼ਾਪ ਓਨਰ ਆਪਣੀ ਪਿੱਠ ਤੇ ਨੈਕ ਤੋਂ ਗਰਦਨ ਤੋਂ ਪਸੀਨਾ ਪਹੁੰਚਦੇ ਹੋਏ, ਕਿਉਂਕਿ ਉਹ ਗਰਮੀ ਵਿੱਚ ਉੱਥੇ ਬੋਰਡ ਲਗਾ ਰਿਹਾ ਸੀ ਤਾਂ ਉਹਨੂੰ ਪਸੀਨਾ ਆਇਆ ਸੀ, ਤਾਂ ਉਹ ਆਪਣੀ ਗਰਦਨ ਤੋਂ ਪਿੱਛੋਂ ਪਸੀਨਾ ਪਹੁੰਚਦੇ ਹੋਏ ਬੱਚੇ ਵੱਲ ਦੇਖਦਾ ਆ ਤੇ ਬੋਲਦਾ ਆ, ਕਹਿੰਦਾ ਵੈਸੇ these puppies come from fine parents. ਤਾਂ ਕੀ ਕਹਿੰਦਾ, ਕਹਿੰਦਾ ਇਹ ਪਪੀਜ਼ ਆ ਜਿਹੜੇ ਕਤੂਰੇ ਆ ਇਹ ਚੰਗੀ ਨਸਲ ਦੇ ਪੇਰੈਂਟਸ ਤੋਂ ਹਨ, ਚੰਗੀ ਨਸਲ ਦੇ ਹਨ। and cost a good deal of money. ਇਸ ਕਰਕੇ ਕਹਿੰਦਾ ਇਹਨਾਂ ਦੀ ਕੀਮਤ ਵੀ ਜ਼ਿਆਦਾ ਹੈ। ਤੁਸੀਂ ਜਦੋਂ ਮਾਰਕੀਟ ਵਿੱਚ ਕੁਝ ਖਰੀਦਣ ਜਾਂਦੇ ਹੋ, ਵਧੀਆ ਚੀਜ਼ ਦੀ ਕੀਮਤ ਹਮੇਸ਼ਾ ਜ਼ਿਆਦਾ ਹੁੰਦੀ ਹੈ, ਤਾਂ ਇਸੇ ਤਰ੍ਹਾਂ ਉਹਨਾਂ ਪਾਪੀਜ਼ ਦਾ ਸੀਗਾ, ਕਤੂਰਿਆਂ ਦਾ ਸੀ, ਉਹ ਚੰਗੀ ਨਸਲ ਦੇ ਸੀ ਤਾਂ ਉਹਨਾਂ ਦੀ ਕੀਮਤ ਵੀ ਜ਼ਿਆਦਾ ਸੀ। So I will charge anywhere from $30 to $50 for each puppy. ਤਾਂ ਦੁਕਾਨਦਾਰ ਕਹਿੰਦਾ ਕਿ ਇਹ ਵਧੀਆ ਨਸਲ ਦੇ ਆ ਤਾਂ ਇਸ ਕਰਕੇ ਮੈਂ ਇੱਕ ਕਤੂਰੇ ਦਾ $30 ਤੋਂ $50 ਲਵਾਂਗਾ। ਮਤਲਬ ਘੱਟ ਤੋਂ ਘੱਟ ਉਹਦੀ ਕੀਮਤ $30 ਤੇ ਵੱਧ ਤੋਂ ਵੱਧ $50। The boy dropped his head for a moment. ਬੱਚੇ ਨੇ ਉਹਦੀ ਕੀਮਤ ਸੁਣ ਕੇ ਆਪਣਾ ਸਿਰ ਥੋੜੇ ਟਾਈਮ ਲਈ ਨੀਚੇ ਝੁਕਾਇਆ। Then reaching deep into his pocket, ਤੇ ਫਿਰ ਉਹਨੇ ਆਪਣਾ ਹੱਥ ਆਪਣੀ ਜੇਬ ਦੇ ਅੰਦਰ ਤੱਕ ਪਾਇਆ। He pulled out a handful of change. ਤੇ ਉਹਨੇ ਆਪਣੀ ਪਾਕਟ ਵਿੱਚੋਂ ਮੁੱਠੀ ਭਰ ਚੇਂਜ ਕੱਢਿਆ, ਕੋਇਨਸ ਕੱਢੇ। and held it up to the shop owner. ਤੇ ਦੁਕਾਨਦਾਰ ਦੇ ਅੱਗੇ ਵਧਾ ਦਿੱਤੇ। I have $2.37. ਕਹਿੰਦਾ ਮੇਰੇ ਕੋਲ $2 ਤੇ 37 ਸੈਂਟ ਹਨ। ਜੇ ਅਸੀਂ ਭਾਰਤੀ ਭਾਸ਼ਾ ਵਿੱਚ ਇਹਨੂੰ ਦੇਖੀਏ, ਜੇ ਅਸੀਂ ਇਹਨੂੰ ਰੁਪਏ ਵਿੱਚ ਪੜ੍ਹਨਾ ਹੋਵੇ, $2.37। ਪਰ ਇਹ ਅਮਰੀਕਨ ਡਾਲਰਸ ਹੈ ਤਾਂ ਉਹਦੇ ਵਿੱਚ $2.37। ਰੁਪਏ ਔਰ ਪੈਸੇ ਦਾ ਮੈਂ ਸਿਰਫ ਤੁਹਾਨੂੰ ਸਮਝਾਉਣ ਨੂੰ ਦੱਸ ਰਹੀ ਹਾਂ ਕਿ ਕੀ ਕੀਮਤ ਉਹ ਦੇ ਰਿਹਾ ਸੀ। $2.37। Is that enough to take a look? He said. ਹੁਣ ਬੱਚੇ ਨੂੰ ਪਤਾ ਸੀ ਕਿ ਇੰਨੀ ਘੱਟ ਕੀਮਤ ਵਿੱਚ ਉਹਨੂੰ ਪਾਪੀ ਨਹੀਂ ਮਿਲੇਗਾ, ਕਤੂਰਾ ਨਹੀਂ ਮਿਲੇਗਾ, ਤਾਂ ਉਹਨੇ ਕਿਹਾ, ਕਹਿੰਦਾ ਕਿ ਇੰਨੇ ਪੈਸੇ ਇਹਨਾਂ ਨੂੰ ਸਿਰਫ ਦੇਖਣ ਲਈ ਕਾਫੀ ਹਨ, ਕਿ ਮੈਂ ਸਿਰਫ ਉਹਨਾਂ ਨੂੰ ਦੇਖ ਸਕਦਾ ਇੰਨੇ ਪੈਸਿਆਂ ਵਿੱਚ। Sure, said the shop owner. ਦੁਕਾਨਦਾਰ ਕਹਿੰਦਾ, ਬਿਲਕੁਲ ਯਕੀਨਨ ਤੁਸੀਂ ਦੇਖ ਸਕਦੇ ਹੋ। And with that he let out a whistle. ਇਹ ਕਹਿ ਕੇ ਉਸਨੇ ਸੀਟੀ ਵਜਾਈ। Here Dolly, he called. ਸੀਟੀ ਵਜਾ ਕੇ ਕਹਿੰਦਾ, ਡੋਲੀ ਇੱਥੇ ਆਓ। ਹੁਣ ਡੋਲੀ ਕਿਹਦਾ ਨਾਮ ਹੋਏਗਾ? ਕਿਹਨੂੰ ਦੇਖਣ ਆਇਆ ਸੀਗਾ ਬੱਚਾ? ਪਾਪੀਜ਼ ਨੂੰ, ਰਾਈਟ? ਤਾਂ ਫਿਰ ਡੋਲੀ ਕੌਣ ਹੈ? ਹੁਣ ਅਗਲੀ ਲਾਈਨ ਵਿੱਚ ਤੁਹਾਨੂੰ ਸਮਝ ਲੱਗ ਜਾਏਗਾ। Out from the dog house and down the ramp ran Dolly, followed by 4 little balls of fur. ਕਹਿੰਦੇ ਡੌਗ ਹਾਊਸ ਵਿੱਚੋਂ, ਕੁੱਤਾ ਘਰ ਵਿੱਚੋਂ
बाहर आंदे होए ते रैंप तो ढलान तो नीचे आंदे होए डॉली आई ते ओदे पिछे पिछे 4 छोटे छोटे फर दे गोले आन लग पे। सो इट मीन्स डॉली इज द मदर ऑफ दोज पपीज। डॉली उन्हां कतूरियां दी मां सी। डॉली आई बाहर विसल सुन के ते ओदे पिछे 4 छोटे छोटे कहंदे गेंद वर्गे बॉल वर्गे फर दे गोले आ गए। तुसी कतूरे देखे होने आ सारिਆਂ ने राइट। ਜਦੋਂ पैदा ਹੁੰਦੇ बिल्कुल छोटे छोटे ਹੁੰਦੇ ਆ balls type ਫਰ ਦੇ ਹੁੰਦੇ ਆ right। so they were the same like that। the little boy pressed his face against the chain link fence। उस छोटे बच्चे ने कहंदे अपना चेहरा उत्थे लगी चेन दी वाड़ दे उपर दबा लिया। फैंस मतलब वाड़। तुहाडे खेतां विच भी तुसी वाड़ लगांदे हो राइट। फैंस कहंदे आ उहनूं कि जानवर तुहाडे खेतां दे अंदर ना जाण। सो दैट इज कॉल्ड फैंस इन इंग्लिश। उस वाड़ नूं इंग्लिश विच फैंस कहंदे आ। His eyes danced with delight। उस बच्चे दियां अखां कहंदे खुशी विच नचण लग पईयां। मतलब वो बहुत ज़्यादा खुश हो गया। danced with delight मतलब वो बहुत ज़्यादा खुश हो गया। As the dogs made their way to the fence। ਜਦੋਂ ਕਹਿੰਦੇ ਕਤੂਰੇ ਵਾੜ ਵੱਲ ਨੂੰ ਆਉਣ ਲੱਗੇ the little boy noticed something else stirring inside the dog house। ਜਦੋਂ ਕਹਿੰਦੇ ਉਹ ਕਤੂਰੇ ਵਾੜ ਵੱਲ ਆਉਣ ਲੱਗੇ ਤਾਂ ਬੱਚੇ ਨੇ ਧਿਆਨ ਦਿੱਤਾ ਕਿ ਕੁੱਤਾ ਘਰ ਵਿੱਚ ਡੌਗ ਹਾਊਸ ਵਿੱਚ ਕੁਝ ਹਲਚਲ ਹੋ ਰਹੀ ਹੈ ਕਿ ਉੱਥੇ ਕੁਝ ਹੋਰ ਵੀ ਹੈਗਾ ਆ ਕਿ ਉੱਥੇ ਕੋਈ ਹਲਚਲ ਹੋ ਰਹੀ ਹੈ। slowly another little ball appeared। ਫਿਰ ਕਹਿੰਦੇ ਉਹਨੇ ਦੇਖਿਆ ਹੌਲੀ ਹੌਲੀ ਉੱਥੋਂ ਇੱਕ ਹੋਰ ਕਤੂਰਾ ਛੋਟੀ ਜੀ ਫਰ ਦੀ ਬॉल ਵਰਗਾ ਕਤੂਰਾ ਆ ਗਿਆ ਸਾਹਮਣੇ। this one noticeably smaller। ਤੇ ਇਹ ਕਤੂਰਾ ਬਾਕੀ ਕਤੂਰਿਆਂ ਨਾਲੋਂ ਛੋਟਾ ਸੀਗਾ। now I have a question for you। ਉਸ ਡੌਗ ਦੇ ਕਿੰਨੇ ਕਤੂਰੇ ਸਨ? how many puppies are there? tell me, come on। ਡੌਲੀ ਦੇ ਕਿੰਨੇ ਪਾਪੀਜ਼ ਹਨ? tell me, come on। 4 5 6 how many? you must be getting confused right। ਕੁਝ ਕਹਿ ਰਹੇ ਹੋਣਗੇ 4 ਕੁਝ ਕਹਿ ਰਹੇ ਹੋਣਗੇ 5 but think about the chapter। ਤੁਸੀਂ ਚੈਪਟਰ ਪੜ੍ਹਿਆ ਹੁਣੀ right। ਤੁਸੀਂ ਪੜ੍ਹਿਆ ਕਿ ਜਦੋਂ ਡੌਲੀ ਬਾਹਰ ਆਈ ਤਾਂ ਉਹਦੇ ਪਿੱਛੇ 4 balls ਫਰ ਦੀਆਂ balls ਆਈਆਂ ਮਤਲਬ 4 ਕਤੂਰੇ ਆਏ right। ਤੇ ਇੱਕ ਕਤੂਰਾ ਬਾਅਦ ਵਿੱਚ ਆਇਆ ਜਿਹੜਾ ਕਿ ਬਾਕੀਆਂ ਨਾਲੋਂ ਛੋਟਾ ਸੀ। so how many puppies are there? very good, there are 5 puppies। very good। so ਕਹਿੰਦੇ ਇੱਕ ਹੋਰ ਕਤੂਰਾ ਬਾਹਰ ਆਇਆ ਜਿਹੜਾ ਕਿ ਬਾਕੀਆਂ ਨਾਲੋਂ ਛੋਟਾ ਸੀ। down the ramp it slid। ਜਦੋਂ ਕਹਿੰਦੇ ਉਹ ਰੈਂਪ ਤੋਂ ਢਲਾਨ ਤੋਂ ਨੀਚੇ ਉਤਰਨ ਲੱਗਾ ਉਹ ਫਿਸਲ ਗਿਆ slid। then in an awkward manner। ਫਿਰ ਕਹਿੰਦੇ ਉਹ ਅਜੀਬ ਜਿਹੇ ਤਰੀਕੇ ਨਾਲ the little pup began hobbling towards others। hobbling ਪੜ੍ਹਿਆ ਸੀ ਲੰਗੜਾ ਕੇ ਚੱਲਣਾ। ਤਾਂ ਕਹਿੰਦੇ ਫਿਰ ਉਹ ਬੜੇ ਹੀ ਅਜੀਬ ਤਰੀਕੇ ਨਾਲ ਲੰਗੜਾ ਕੇ ਬਾਕੀ ਕਤੂਰਿਆਂ ਵੱਲ ਨੂੰ ਚੱਲ ਪਿਆ। doing its best to catch up। ਹੁਣ ਉਹ ਲੰਗੜਾ ਕੇ ਚੱਲ ਰਿਹਾ ਸੀ ਤੇ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਸਪੀਡ ਤੇਜ਼ ਕਰਕੇ ਉਹਨਾਂ ਕਤੂਰਿਆਂ ਦੇ ਬਰਾਬਰ ਚਲਾ ਜਾਵੇ। immediately the little boy singled out the hobbling and limping puppy। singled out ਇਹ ਵੀ ਇੱਕ phrasal verb ਹੈ। ਇਹਦਾ ਮਤਲਬ ਹੈ ਇਸ਼ਾਰਾ ਕਰਨਾ। ਅਸੀਂ ਮਾਰਕੀਟ ਜਾਂਦੇ ਆ ਜਦੋਂ ਸਾਨੂੰ ਕੋਈ ਚੀਜ਼
पसंद आती है तो अपने पेरेंट्स को असी इशारा करके दसदे हाँ असी वो चीज़ लैनी, राइट। दैट इज़ सिंगल्ड आउट, मतलब इन्नियां चीज़ां विचों एक चीज़ नूं असी इशारा करके समझा दिता। तो कहंदे फिर एकदम उस छोटे बच्चे ने, छोटे मुंडे ने उस लंगड़ांदे होए पपी वल इशारा किया एंड सेड, ते कहा व्हाट्स रॉन्ग विद दैट लिटिल डॉग, ते पुछन लग गया, कहंदा उस पपी नूं की प्रॉब्लम है, कि वो लंगड़ा के चल रहा उन्होंने की प्रॉब्लम है। द शॉप ओनर एक्सप्लेन दैट, शॉप ओनर ने, दुकानदार ने उन्होंने विस्तार विच समझाया। अ वेटरीनेरियन हैड एग्जामिन्ड द लिटिल पपी, कहंदे एक पशु चिकित्सक ने, पशुओं के डॉक्टर ने उस पपी नूं चेक किया है, एग्जामिन किया है, उसकी जांच की है and discovered that it didn't have a hip socket, ते कहंदे उन्नू यह पता लग्या कि इस कतूरे दा हिप सॉकेट नहीं है। हिप सॉकेट मैं तुहानू पहला पिक दिखा के समझाया, वो जॉइंट बॉल सॉकेट जिहड़ा साडी लत्त नू साडी कमर नाल जोड़दा है, तो उहदा हिप सॉकेट ही नहीं है। इट वुड ऑलवेज लिम्प, तो उन्हें समझाया, कहंदा डॉक्टर ने मैनू कहा कि ये हमेशा ही लंगड़ाउंदा रहेगा। इट वुड ऑलवेज बी लेम, ते हमेशा ही अपाहिज, अपंग ही रहेगा। आई वॉन्ट दैट वन, द लिटिल बॉय सेट पॉइंटिंग टू द लेम पपी, कहंदे फिर उस बच्चे ने, उस मुंडे ने उस लंगड़ाउंदे होए अपंग कतूरे वाल इशारा करके कहा, मैनू ओही कतूरा चाहिदा है। आई वॉन्ट दैट वन, कहंदा मैनू वो कतूरा चाहिदा है। नाउ आई हैव क्वेश्चन फॉर यू, जे तुसी उस बच्चे दी जगह हुंदे तां तुसी केड़ा कतूरा खरीददे? लेम पपी या फिर हेल्दी पपी? तुसी वो अपंग वाला कतूरा खरीददे कि सेहतमंद? आई नो तुसी सारे यही कह रहे हो कि सेहतमंद पपी खरीदते, राइट। जे मैं भी चाहती तो मैं भी सेहतमंद ही खरीदती। योर आंसर इज़ नॉट रॉन्ग, डोंट थिंक अबाउट दैट, तो आंसर गलत नहीं है, क्योंकि कोई भी जाएगा तो सेहतमंद ही पपी खरीदना चाहेगा, राइट। पर हुण उस बच्चे ने क्यों कहा कि मैं वो लेम पपी ही खरीदना? देयर मस्ट बी रीजन, कोई कारण होएगा। सो वी विल रीड फर्दर। The shop owner knelt down at the boy's side, कहंदे जदों शॉप ओनर ने सुनिया कि बच्चा उस पपी नूं खरीदना चाहता है, वो झुक के बच्चे वाल नूं आ गया एंड सैड, ते उन्होंने कहन लगा, सन यू वॉन्ट दैट पपी, वो कहंदा बेटा कि तुहानू ओह पपी चाहिदा है। इट विल नेवर बी एबल टू रन एंड प्ले with you like those other dogs would, तो उन्हें समझाया, कहंदा ये कदी भी तुहाडे नाल खेड नहीं पाएगा, दौड़ नहीं पाएगा जिद्दां बाकी कतूरे कर पाणगे। So if you really want him, I'll just give it to you, तो कहंदा कि जे फिर भी तुसी यही लेना चाहते हो तो मैं तुहानू एवें ही दे देवांगा, एवें ही इन द सेंस फ्री विच दे देवांगा, कि मैं इसकी कोई कीमत नहीं लवांगा। With that, the little boy stepped back from the fence, ਉਹਦੇ ਨਾਲ ही कहंदे वो छोटा बच्चा उस वाड़ तो पीछे हो गया। Reached down and began rolling up one leg of his trousers, rolling up भी एक phrasal verb है जिसका मतलब है मोड़ना, तो कहंदे पिछे होके वो अपनी एक लत्त दी, पैंट दी एक लत्त नूं फोल्ड करन लग गया। ट्राउजर्स पैंट ओदी लत्त नूं फोल्ड करन लग गया। In doing so, he revealed a steel brace running down both sides of his leg, attaching itself to a specially made shoe, ते उन्हें फोल्ड करदे होए की दिखाया कि एक ब्रेस सी ਜਿਹੜੀਆਂ कि ਉਹਦੀਆਂ दोनों ਲੱਤਾਂ ਨੂੰ बन रही सी ते एक स्पैशल बने जूते नाल जोड़ रही सी। To his surprise,
फिर कहंदे होर हैरान हुंदे होए द लिटिल बॉय रीच डाउन, हैरान कौन सी? शॉप ओनर। तो कहंदे उन्हें होर हैरान करता दुकानदार नूं, दूसरी लत्त फोल्ड करन लग गया and rolled up the other leg of his trousers also to reveal a badly twisted crippled left leg supported by a big metal brace। ਤੇ ਉਹਨੇ ਕੀ ਦਿਖਾਇਆ ਕਿ ਉਹਦੀ ਖੱਬੀ ਲੱਤ ਵੀ ਇੱਕ ਮੈਟਲ ਦੀ ਬ੍ਰੇਸ ਨਾਲ ਬੰਨੀ ਹੋਈ ਸੀ ਤੇ ਉਹ ਪੂਰੀ ਬੁਰੀ ਤਰ੍ਹਾਂ ਮੁੜੀ ਹੋਈ ਸੀ। ਇਹਦਾ ਮਤਲਬ ਕੀ ਸੀ ਕਿ ਉਹ ਬੱਚਾ ਵੀ ਲੇਮ ਸੀ। ਉਹ ਇੱਕ ਮੈਟਲ ਦੀਆਂ ਬ੍ਰੇਸਿਸ ਨਾਲ ਦੇ ਸਹਾਰੇ ਚੱਲ ਰਿਹਾ ਸੀ ਤੇ ਉਹਦਾ ਸ਼ੂ ਸੀ ਜਿਹੜਾ ਉਹ ਮੈਟਲ ਦਾ ਬਣਿਆ ਹੋਇਆ ਸੀ। ਸੋ ਯੂ ਕੈਨ ਥਿੰਕ ਕਿ ਉਹ ਬੱਚਾ ਵੀ ਅਪੰਗ ਸੀਗਾ, ਉਹਦੀ ਲੱਤਾਂ ਵਿੱਚ ਪ੍ਰੋਬਲਮ ਸੀ ਤੇ ਉਹਨਾਂ ਨੂੰ ਨਕਲੀ ਲੱਤਾਂ ਲਗਾ ਕੇ ਉਹਨੂੰ ਜੋੜਿਆ ਹੋਇਆ ਸੀ ਤੇ ਉਹਦੇ ਸਹਾਰੇ ਚੱਲ ਰਿਹਾ ਸੀ। ਲੁਕਿੰਗ ਅਪ ਐਟ ਦ ਸ਼ਾਪ ਓਨਰ ਹੀ ਸੈਡ, फिर कहंदे उन्हें लत्ता दिखा के शॉप ओनर वाल देखा ते कहा, यू सी सर आई माई सैल्फ डोंट रन टू वैल। कहंदा तुसी देखदे हो सर कि मैं भी ज़्यादा वधिया दौड़ नहीं सकदा। एंड द पुअर लिटिल पपी विल नीड समवन हू अंडरस्टैंड्स इट। कहंदा इस करके इस पपी नूं ओही इंसान चाहिदा है जिहड़ा इहदी तकलीफ नूं समझ सकदा है। ਉਹਨੂੰ ਬੱਚਾ ਉਸ ਪਾਪੀ ਦੀ ਤਕਲੀਫ ਨੂੰ ਸਮਝ ਸਕਦਾ ਸੀ ਕਿਉਂਕਿ ਉਹ ਖੁਦ ਉਸ ਤਕਲੀਫ ਤੋਂ ਲੰਘ ਰਿਹਾ ਸੀ। with tears in his eyes, ਕਹਿੰਦੇ ਦੁਕਾਨਦਾਰ ਦੀ ਅੱਖਾਂ ਵਿੱਚ ਟੀਅਰਸ ਆ ਗਏ ਤੇ ਉਹਨਾਂ ਟੀਅਰਸ ਦੇ ਨਾਲ, ਆਂਸੂਆਂ ਦੇ ਨਾਲ the shop owner reached down and picked up the little pup। ਤੇ ਕਹਿੰਦੇ ਉਹ ਸ਼ਾਪ ਓਨਰ ਨੀਚੇ ਝੁਕਿਆ ਤੇ ਉਹਨੇ ਉਸ ਛੋਟੇ ਅਪੰਗ ਕਤੂਰੇ ਨੂੰ ਚੱਕਿਆ। holding it carefully he handed it to the little boy। ਤੇ ਉਹਨੂੰ ਧਿਆਨ ਨਾਲ ਫੜਦੇ ਹੋਏ ਉਹਨੇ ਲਿਟਲ ਬॉय ਛੋਟੇ ਮੁੰਡੇ ਨੂੰ ਉਸਨੂੰ ਪਕੜਾ ਦਿੱਤਾ। ਹਾਊ ਮੱਚ ਸੈਡ ਦ ਲਿਟਲ ਬॉय। ਮੁੰਡਾ ਕਹਿੰਦਾ, ਛੋਟਾ ਮੁੰਡਾ ਕਹਿੰਦਾ ਕਿੰਨੀ ਕੀਮਤ ਹੈ ਇਹਦੀ? ਨੋ ਚਾਰਜ ਐਜ਼ ਆਈ ਸੈਡ ਅਰਲੀਅਰ ਆਨਸਰਡ ਦ ਸ਼ਾਪ ਓਨਰ। ਸ਼ਾਪ ਓਨਰ ਨੇ ਜਵਾਬ ਦਿੱਤਾ, ਕਹਿੰਦਾ ਕੋਈ ਕੀਮਤ ਨਹੀਂ ਹੈ, ਜਿੱਦਾਂ ਮੈਂ ਤੈਨੂੰ ਪਹਿਲੇ ਕਿਹਾ ਕਿ ਮੈਂ ਤੈਨੂੰ ਫ੍ਰੀ ਦੇ ਦਿਆਂਗਾ। ਇਹ देयर कैन बी नो चार्ज फॉर लव। कहता कि प्यार की कोई कीमत नहीं हो सकती। द लिटिल बॉय गॉट क्वाइट अपसेट। ये सुन के छोटा मुंडा काफ़ी अपसेट हो गया, परेशान हो गया। ही लुक स्ट्रेट इनटू द स्टोर ओनर्स आइज। उन्हें सीधा दुकानदार दी अखा विच देखा एंड पॉइंटिंग हिज फिंगर एट हिम, ते उहदे वाल इशारा करते हुए कहंदा यू आर राइट। कहंदा तुसीं सही कह रहे हो, देयर इज़ नो चार्ज फॉर लव, कि प्यार की कोई कीमत नहीं है, बट आई कांट लोअर इट्स वर्थ बाय टेकिंग इट विदाउट चार्ज। पर कहंदा मैं इहदी कीमत दिते बगैर इहनूं लैके इहदी जिहड़ी असल कीमत है उहनूं घटाना नहीं चाहता। मतलब कि उहनूं ये नहीं एहसास कराना चाहता सी कि तू बेकार है, इस करके हर कोई तेनू फ्री च दे दिंदा है। As it was less than other puppies because it may not run as fast as them। कहंदा सिर्फ इस करके कि ये बाकी पपीज़ की तरह तेज़ नहीं दौड़ सकता कि मैं इस करके इहदी कोई कीमत ना दवां, फ्री ले जावां। This little dog is worth every bit as much as all the other dogs। कहंदा ये उन्ना ही कीमती है जिद्दां बाकी पपीज़ हैं। ठीक है इहदे विच कोई कमी है, पर वो कमी इहनूं नीवा नहीं कर सकती। I don't want you to give him to me free of cost। कहना मैं नहीं चाहता तुसी इहनूं मैनूं फ्री विच दिओ। I'll pay the full price। कहना मैं इहदी पूरी कीमत देआंगा। I'll give you $2.37 now। कहना मैं हुण तुहानूं $2.37 दे रहा वां and 50 cents a month until I have paid in full। मतलब वो किश्तां ते दे रहा सी फिर पैसे। कहंदा कि मैं हुण तुहानूं $2.37 दे रहा, फिर मैं हर मंथ तुहानूं 50 सेंट पैसे दे के 50 सेंट दे के जाया करूँगा जब तक इसकी पूरी कीमत मैं नहीं चुका दिंदा। सो दिस वॉज योर चैप्टर चार्ज फॉर लव। नाउ यू टेल मी कि उहदा डिसीजन सही सी कि उन्हें ओह पापी खरीदिया, राइट?
क्योंकि असी कुछ चीज़ों नाल रिलेट कर पाने आ, सानू लगदा ये साडे वर्गियां वा, तो उहनूं वो पपी अपने वर्गा लगा कि इहदे च भी कोई कमी है, मेरे च भी कमी है। पर उन्हें उहदी कीमत पूरी चुकाउण दा फैसला लिया, क्योंकि उन्हें खुद ये गल महसूस की होएगी कि लोकी उहदे विच फर्क करदे आ कि ये कुछ नहीं कर सकता, बाकी बच्चे कुछ कर सकते हैं। एंड दिस इज़ रॉन्ग। मैं तुहानूं भी सारिਆਂ ਨੂੰ यही कहूँगी, जे तुहाडे नाल नेड़े तेड़े किते भी कोई भी बच्चा इदा है या कोई भी इंसान इदा है, यू शुड नॉट बिहेव लाइक दिस, क्योंकि उहदे विच कोई इदा दी खासियत होएगी जिहड़ी तुहाडे विच नहीं होएगी। सो दिस वाज चैप्टर चार्ज फॉर लव। नाउ लेट अस डू द क्वेश्चंस। हू अप्रोच्ड द ओनर ऑफ द शॉप? दुकानदार कोल कौन पहुंचया? कौन पहुंचया सी? टेल मी। वेरी गुड। अ बॉय अप्रोच्ड द ओनर ऑफ द शॉप। एक मुंडा दुकानदार कोल पहुंचया। What was the owner charging for healthy puppies? सेहतमंद पपीज की कितनी कीमत दसी ओनर ने, दुकानदार ने? टेल मी, कम ऑन। वेरी गुड। द ओनर वॉज चार्जिंग $30 to $50 फॉर ईच पपी। तो वो हेल्दी पपीज लिए $30 तो $50 की कीमत ले रहा सी। हाउ मच मनी डिड द बॉय हैव? मुंडे कोल किन्ने पैसे सी? Tell me, come on, come on. Very good. The boy had $2.37. बच्चे कोल $2 ते 37 सेंट सीगे। What problem did the lame puppy have? उस अपंग पपी दी की प्रॉब्लम सी? The lame puppy did not have a hip socket. उस अपंग पपी दा hip socket नहीं सी। It would always limp. वो हमेशा लंगड़ा के चलेगा। Which puppy was chosen by the little boy and why? कहते उस मुंडे द्वारा केड़ा पपी चूज किया गया, खरीदन लई केड़ा पपी उन्हें चूज किया ते क्यों? Tell me. Yes, the lame puppy was chosen by the little boy as he himself was lame. ओहो अपंग पपी ਉਹਦੇ द्वारा चुनिया गया खरीदन लई क्योंकि वो खुद भी अपंग सीगा। He could understand its condition, ते ਉਹਦੀ हालत ਨੂੰ समझ सकता सी। Why did the shop owner agree to give the puppy for free? Shop owner उस अपंग पपी ਨੂੰ free क्यों देना चाहता सी? Tell me. The shop owner felt that he should not put a price on love. The shop owner ਦੀ सोच सी कि वो प्यार की कीमत नहीं ले सकता, कि प्यार की कोई कीमत नहीं होंगी। सो ही अग्रीड टू गिव द पपी फॉर फ्री, इस करके उस पपी नू फ्री देना चाहता सी। सो दीज वर योर क्वेश्चंस। नाउ यू नोट डाउन योर होमवर्क एंड वी विल डू अनदर चैप्टर सम अनदर डे। टिल देन टेक केयर and be prepared for your exams. So this was for today, Charge for Love. This is your home assignment and this is in your book. Do this assignment and get it checked from your teachers. Till then, take care, goodbye, have a nice day. Thank you.